हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए, और जब तलाश हो ऐसे फर्नीचर की तो यहाँ ये स्टीवंस फर्नीचर, एन अल्ट्रा मॉडर्न फर्नीचर डेस्टिनेशन इन GTA, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग ओनली एट स्टीवंस फर्नीचर सिंस 1992. Affordable, stylish and quality furniture. Visit in-store for much more. 2 locations to serve you. Stevens Furniture. ਪਹਿਲੀ ਵੇਵ ਦੇ ਵਿੱਚ ਅਸੀਂ ਦੇਖਿਆ ਲਗਭਗ 1800 ਤੋਂ ਵੱਧ ਜਾਨਾਂ ਗਈਆਂ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ। ਕੁਝ ਰਿਲੈਕਸੇਸ਼ਨ ਦਿੱਤੀ ਗਈ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਪਿਛਲੇ ਦਿਨਾਂ ਦੇ ਵਿੱਚ, ਪਰ ਮੁੜ ਤੋਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ। ਹੁਣ ਸਿਰਫ ਔਰ ਸਿਰਫ ਇਹਨਾਂ ਲੌਂਗ ਟਰਮ ਕੇਅਰ ਹੋਮ ਵਿੱਚ ਰਹਿਣ ਵਾਲੇ ਲੋਕਾਂ ਦੇ ਸਪਾਊਸ ਜਾਂ ਉਹਨਾਂ ਦੇ ਇਮੀਡੀਏਟ ਫੈਮਿਲੀ ਮੈਂਬਰ, ਉਹਨਾਂ ਦੇ ਬੱਚੇ ਹੀ ਉਹਨਾਂ ਨੂੰ ਮਿਲ ਸਕਣਗੇ। ਸੈਕੰਡ ਵੇਵ ਦੇ ਵਿੱਚ ਕਿੰਨਾ ਕੁ ਸਾਨੂੰ ਖਤਰਾ ਹੈ, ਕਿਹਨਾਂ ਗੱਲਾਂ ਦਾ ਖਿਆਲ ਰੱਖਣਾ ਪਏਗਾ, ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਨੰਬਰ ਜੋ ਪਹਿਲਾਂ ਸੀ ਫਸਟ ਵੇਵ ਦੇ ਦੌਰਾਨ ਉਸ ਤੋਂ ਵਧੇ ਹੈ, ਕਿਉਂਕਿ ਦੇ ਵਿੱਚ ਖੈਰ ਇਸ ਵੇਲੇ 1000 ਤੋਂ ਜ਼ਿਆਦਾ ਕੇਸ ਸਾਹਮਣੇ ਆ ਰਹੇ ਹੈ, ਜੋ ਕਿ ਆਪਣੇ ਆਪ 'ਚ ਇੱਕ ਰੈਕਡ ਹੈ। ਲੇਕਿਨ ਦੂਜੇ ਪਾਸੇ ਇੱਕ ਚੰਗੀ ਖਬਰ ਕਹਿ ਸਕਦੇ ਹਾਂ ਕਿ ਮੌਤਾਂ ਇਸ ਵਾਰ ਸੈਕੰਡ ਵੇਵ 'ਚ ਹੋਣੀਆਂ ਨਹੀਂ ਹੋ ਰਹੀਆਂ, ਨਾ ਹੀ ਜ਼ਿਆਦਾ ਲੋਕ ਹਸਪੀਟਲਾਈਜ਼ ਹੋ ਰਹੇ ਹੈ। ਪਰ ਕੀ ਇਸ ਤੋਂ ਅਸੀਂ ਰਿਲੈਕਸ ਹੋ ਜਾਈਏ? ਕੀ ਕੁਝ ਸਾਨੂੰ ਖਿਆਲ 'ਚ ਰੱਖਣਾ ਚਾਹੀਦਾ ਇਸ ਸੈਕੰਡ ਵੇਵ ਦੇ ਦੌਰਾਨ, ਜਦ ਤੱਕ ਕਿ ਵੈਕਸੀਨ ਆ ਨਾ ਜਾਵੇ? ਡਾਕਟਰ ਸਾਹਿਬ ਤੁਹਾਡਾ ਸਵਾਗਤ ਕਰਦੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਈਂ ਸਾਹਿਬ ਜੀ। ਡਾਕਟਰ ਸਾਹਿਬ ਸਾਨੂੰ ਥੋੜ੍ਹੀ ਦਿਓ ਜਾਣਕਾਰੀ। ਖਬਰਾਂ ਇਹ ਮਿਲ ਰਹੀਆਂ ਕਿ ਬੇਸ਼ੱਕ ਨੰਬਰ ਵਧੇ ਹੈ, ਪਰ ਜਿਹੜੀ ਹਸਪੀਟਲਾਈਜੇਸ਼ਨ ਹੈ ਉਹ ਇਸ ਵਾਰ ਉਸ ਪੱਧਰ 'ਤੇ ਨਹੀਂ ਹੋ ਰਹੀ ਜੋ ਫਸਟ ਵੇਵ ਦੇ ਦੌਰਾਨ ਸੀ। ਹਾਂਜੀ ਸਾਈਂ ਸਾਹਿਬ, ਇਸ ਤਰ੍ਹਾਂ ਹੈ ਕਿ ਪਹਿਲੇ ਵਾਲੇ ਕੇਸਿਸ ਜਦੋਂ ਪੀਕ ਤੇ ਸੀਗੇ ਉਦੋਂ ਮਿਡ ਅਪ੍ਰੈਲ ਦੇ ਵਿੱਚ, ਤੇ ਉਦੋਂ ਤਕਰੀਬਨ 600-650 ਕੇਸਿਸ ਰੋਜ਼ ਦੇ ਸੀਗੇ, ਤੇ ਤਾਂ ਉਹਨਾਂ ਨੂੰ ਉਸ ਵੇਲੇ ਪੀਕ ਮੰਨਿਆ ਗਿਆ ਸੀਗਾ। ਉਸ ਤੋਂ ਬਾਅਦ ਬਹੁਤ ਹੀ ਕੇਸਿਸ ਘੱਟ ਗਏ ਹੋਏ ਸੀਗੇ ਜੂਨ, ਜੁਲਾਈ ਤੇ ਅਗਸਤ ਦੇ ਵਿੱਚ, ਤਾਂ ਆਲਮੋਸਟ 100 ਤੋਂ ਵੀ ਘੱਟ 70-80 ਕੇਸਿਸ ਰੋਜ਼ ਦੇ ਹੁੰਦੇ ਸੀਗੇ। ਤੇ ਹੁਣ ਕਾਫੀ ਮਤਲਬ ਕੇਸਿਸ ਵੱਧ ਗਏ ਹੋਏ ਆ, ਤੇ ਉਸ ਪੀਕ ਨਾਲ ਪਿਛਲੀ ਪੀਕ ਨਾਲੋਂ ਹੁਣ ਕੇਸਿਸ ਉਸ ਤੋਂ ਵੀ ਜ਼ਿਆਦਾ ਹੋ ਗਏ ਆ। ਹੁਣ ਤਕਰੀਬਨ 550, 600, 700, 750 ਤੱਕ ਵੀ ਪਹੁੰਚ ਗਏ ਹੋਏ ਕੇਸਿਸ ਰੋਜ਼ ਦੇ, ਤੇ ਮਤਲਬ ਉਸ ਪੁਰਾਣੀ ਪੀਕ ਨਾਲੋਂ ਹੁਣ ਇਹ ਵਾਲੀ ਪੀਕ ਟੱਪ ਗਈ। ਪਰ ਇਹ ਥੋੜਾ ਇੰਨਾ ਜ਼ਰੂਰ ਫਰਕ ਹੈਗਾ ਕਿ ਉਸ ਪਹਿਲੀ ਵੇਵ ਦੇ ਵਿੱਚ ਜਿਹੜੇ ਲੋਕਾਂ ਨੂੰ ਹੋਈ ਸੀ, ਜਿਨ੍ਹਾਂ ਦੀਆਂ ਮੌਤਾਂ ਹੋਈਆਂ ਸੀਗੀਆਂ, ਉਹ ਆਮ ਤੌਰ ਤੇ 70-80 ਸਾਲ ਤੋਂ ਅਬਵ ਜਿਹੜੇ ਬਜ਼ੁਰਗ ਸੀਗੇ ਉਹਨਾਂ ਦੀ ਮੌਤਾਂ ਹੋਈਆਂ ਸੀਗੀਆਂ। ਤੇ ਉਸ ਤੋਂ ਬਾਅਦ ਹੁਣ ਜਿਹੜੀ ਵੇਵ ਆ ਰਹੀ ਹੈ, ਹੁਣ ਅਸੀਂ ਇੰਨੀਆਂ ਹਸਪੀਟਲਾਈਜੇਸ਼ਨਸ, ICU ਐਡਮਿਸ਼ਨਸ ਤੇ ਮੌਤਾਂ ਹੁਣ ਇੰਨੀਆਂ ਤਾਂ ਨਹੀਂ ਦਿਸ ਰਹੀਆਂ ਹੈਗੀਆਂ, ਕਿਉਂਕਿ ਹੁਣ ਵਾਲੇ ਕੇਸਿਸ ਜਿਹੜੇ ਹੈਗੇ ਆ ਉਹ ਯੰਗਰ ਪੋਪੂਲੇਸ਼ਨ ਦੇ ਵਿੱਚ ਆ ਰਹੇ ਆ, ਬੱਚਿਆਂ ਦੇ ਵਿੱਚ, ਤੇ 20 to 40 year olds ਜ਼ਿਆਦਾ ਇਹਨਾਂ ਦੇ ਕੇਸਿਸ ਆ ਰਹੇ ਆ। ਤੇ ਉਹਨਾਂ ਦੇ ਵਿੱਚ ਤਾਂ ਨੈਚੁਰਲੀ ਮੌਤਾਂ ਤਾਂ ਆਉਣੀਆਂ ਹੀ ਨਹੀਂ ਹੈਗੀਆਂ, ਉਹਨਾਂ ਦੇ ਵਿੱਚ ICU ਤੋਂ ਦਾਖਲ ਕਰਨਾ ਹੀ ਨਹੀਂ ਪੈਣਾ, ਤੇ ਹਸਪੀਟਲ ਦੇ ਵਿੱਚ ਘੱਟ ਦਾਖਲ ਕਰਨਾ ਪੈਣਾ, ਕਿਉਂਕਿ ਉਹਨਾਂ ਦੀ ਜਿਹੜੀ ਬਿਮਾਰੀ ਹੁੰਦੀ ਹੈ ਕੋਵਿਡ ਦੀ, ਉਹ ਘੱਟ ਸੀਰੀਅਸ ਹੁੰਦੀ ਹੈ। ਸੋ ਇਸ ਕਰਕੇ ਕੇਸਿਸ ਜ਼ਿਆਦਾ ਦਿਸ ਰਹੇ ਆ, ਪਰ ਮੌਤਾਂ ਤੇ ਹਸਪੀਟਲਾਈਜੇਸ਼ਨਸ ਘੱਟ ਰਹੀਆਂ, ਕਿਉਂਕਿ ਯੰਗਰ ਪੋਪੂਲੇਸ਼ਨਸ ਵਿੱਚ ਹੋਈ ਹੈ। ਤੇ ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕਾਰਨ ਕੀ ਹੈ। ਇਸ ਸਮਰ ਦੇ ਵਿੱਚ ਕਾਫੀ ਲੋਕ ਇਕੱਠੇ ਹੋਏ ਆ ਆਪਸ ਵਿੱਚ ਵੱਡੀਆਂ ਗੈਦਰਿੰਗਸ ਦੇ ਵਿੱਚ, ਤੇ ਤਾਂ ਕਰਕੇ ਇਹ ਹੁਣ ਦੁਬਾਰਾ ਵੇਵ ਆ ਰਿਹਾ, ਕਿਉਂਕਿ ਉਹਨਾਂ ਦਾ ਨਤੀਜਾ ਹੁਣ ਪਤਾ ਲੱਗ ਰਿਹਾ ਜੋ ਸਮਰ ਦੇ ਵਿੱਚ ਲੋਕ ਜਦ ਇਕੱਠੇ ਹੋਏ ਸੀ। ਜੀ ਅੱਛਾ, ਇਸ ਵੇਲੇ ਫਲੂ ਦਾ ਸੀਜ਼ਨ ਹੈ ਔਰ ਸਰਕਾਰ ਨੂੰ ਇਸ ਗੱਲ ਦੀ ਵੀ ਚਿੰਤਾ ਹੈ ਕਿ ਬਹੁਤ ਲੋਕਾਂ ਵਿੱਚ ਜਦੋਂ ਫਲੂ ਦੇ ਸਿੰਪਟਮਸ ਆਉਂਦੇ ਹੈ, ਔਰ ਫਲੂ ਦੇ ਸਿੰਪਟਮਸ ਔਰ COVID-19 ਦੇ ਸਿੰਪਟਮਸ ਕਾਫੀ ਹੱਦ ਤੱਕ ਸਿਮਿਲਰ ਹੁੰਦੇ ਹੈ, ਤਾਂ ਕਿਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਲੋਕਾਂ ਨੂੰ? ਹਾਂ, ਇਹ ਤੁਹਾਡੀ ਗੱਲ ਸਹੀ ਹੈ ਕਿ ਇਹਨਾਂ ਦੇ ਸਿੰਪਟਮਸ ਬਹੁਤ ਹੱਦ ਤੱਕ ਮਿਲਦੇ ਆ, ਤੇ ਇਸ ਕਰਕੇ ਡਾਇਗਨੋਸ ਇਸ ਚੀਜ਼ ਨੂੰ ਕਰਨ ਨੂੰ ਦੇਰ ਲੱਗੇਗੀ। ਤੇ ਅੱਗੇ ਜਿਹੜਾ ਫਲੂ ਦਾ ਤੇ ਛੇਤੀ ਹੋ ਜਾਂਦਾ ਸੀਗਾ, ਤੇ ਹੁਣ ਜੇ ਇਹ ਤੇ ਉਹ ਬਿਮਾਰੀ ਸਿਮਿਲਰ ਨੇ, ਤੇ ਤਾਂ ਕਰਕੇ ਆਪਣੀ ਡਾਇਗਨੋਸਿਸ ਕਰਨ ਨੂੰ ਡਿਲੇ ਹੋਏਗਾ। ਸੋ ਖਿਆਲ ਕੀ ਰੱਖਣਾ ਚਾਹੀਦਾ ਕਿ ਜੋ ਆਪਾਂ ਨੂੰ ਸਿਖਾਇਆ ਗਿਆ ਹੁਣ ਓਵਰ ਦ ਪਾਸਟ 6 months, ਤੇ ਉਹੀ ਚੀਜ਼ਾਂ ਆਪਾਂ ਹੁਣ ਲਾਗੂ ਕਰਨੀਆਂ। ਉਹਦੇ ਵਿੱਚ ਇਹ ਹੈ ਕਿ ਤੁਹਾਨੂੰ ਪਤਾ ਹੀ ਹੈ ਕਿ ਮਾਸਕ ਲਾ ਕੇ ਰੱਖਣਾ ਜਦੋਂ ਜਿੰਨਾ ਵੀ ਹੋ ਸਕੇ, ਜਦੋਂ ਬਾਹਰ ਗਏ ਹੋਵੇ, ਖਾਸ ਕਰਕੇ ਜਦੋਂ ਇਨਡੋਰਸ ਹੋਈਏ।
ਤੇ ਉਸ ਤੋਂ ਇਲਾਵਾ ਹੈਂਡ ਵਾਸ਼ਿੰਗ ਇਜ਼ ਵੈਰੀ ਵੈਰੀ ਇੰਪੋਰਟੈਂਟ, ਕਿਉਂਕਿ ਉਹਦੇ ਰਾਹੀਂ ਹੀ ਜਿਹੜੇ ਜਰਮਸ ਆਪਣੇ ਅੰਦਰ ਜਾਂਦੇ ਨੇ। ਤੇ ਬਾਕੀ ਸੋਸ਼ਲ ਡਿਸਟੈਂਸਿੰਗ, ਜਦੋਂ ਵੀ ਬਾਹਰ ਅੰਦਰ ਗਏ ਹੋ ਆਪਣੇ ਦੂਜਿਆਂ ਨੂੰ ਡਿਸਟੈਂਸ ਰੱਖਣਾ। ਤੇ ਉਸ ਤੋਂ ਇਲਾਵਾ ਇਹ ਵੀ ਸਿਖਾਇਆ ਗਿਆ ਹੁਣ ਆਪਾਂ ਨੂੰ ਕਿ ਆਪਣਾ ਜਿਹੜਾ ਦਾਇਰਾ ਥੋੜਾ ਜਿਹਾ ਘੱਟ ਰੱਖੀਏ, ਆਪਣਾ ਸੋਸ਼ਲ ਬਬਲ ਜਿਹੜਾ ਹੈਗਾ ਉਹਨੂੰ ਥੋੜਾ ਜਿਹਾ ਛੋਟਾ ਕਰੀਏ। ਜਿੰਨਾ ਉਹਨਾਂ ਨੂੰ ਮਨਜ਼ੂਰੀ ਦਿੱਤੀ ਸੀਗੀ ਸਾਨੂੰ ਓਵਰ ਦੀ ਸਮਰ ਟਾਈਮ, ਉਸ ਤੋਂ ਵੀ ਘਟਾਈਏ, ਕਿਉਂਕਿ ਸਮਰ ਦੇ ਵਿੱਚ ਫਿਰ ਵੀ ਆਪਾਂ ਜਦੋਂ ਇਕੱਠੇ ਹੁੰਦੇ ਸੀਗੇ ਆਪਾਂ ਫਿਰ ਵੀ ਬੈਕਯਾਰਡ ਦੇ ਵਿੱਚ, ਪਾਰਕ ਦੇ ਵਿੱਚ ਤੇ ਆਊਟਡੋਰਸ ਜਦੋਂ ਇਵੈਂਟਸ ਕਰਦੇ ਸੀ ਆਊਟਡੋਰ ਕਰ ਸਕਦੇ ਸੀ। ਕਿਤੇ ਹੁਣ ਉਹ ਵੀ ਟਾਈਮ ਗਿਆ, ਕਿਉਂਕਿ ਹੁਣ ਆਊਟਡੋਰ ਵਾਲਾ ਤਾਂ ਸਮਾਂ ਹੀ ਨਹੀਂ ਰਿਹਾ, ਮੌਸਮ ਹੀ ਨਹੀਂ ਰਿਹਾ। ਸੋ ਇਸ ਕਰਕੇ ਆਪਾਂ ਨੂੰ ਬਹੁਤ ਜ਼ਿਆਦਾ ਖਿਆਲ ਰੱਖਣਾ ਪੈਣਾ ਆਪਣਾ ਸੋਸ਼ਲ ਬਬਲ, ਮਤਲਬ ਜਿਨ੍ਹਾਂ ਦੇ ਨਾਲ ਅਸੀਂ ਇੰਟਰੈਕਟ ਕਰਦੇ ਹਾਂ, ਜਿਨ੍ਹਾਂ ਦੇ ਨਾਲ ਆਪਾਂ ਮਿਲਣਾ ਵਰਤਣਾ, ਉਹ ਆਪਾਂ ਨੂੰ ਘਟਾਈਏ। ਤੇ ਮੈਨੂੰ ਪਤਾ ਹੈ ਕਿ ਇਹ ਇੰਨਾ ਸੌਖਾ ਕੰਮ ਨਹੀਂ ਹੈਗਾ, ਆਪਾਂ ਬਹੁਤ ਸੋਸ਼ਲ ਪੀਪਲ ਹੈਗੇ ਆ, ਖਾਸ ਕਰਕੇ ਆਪਣਾ ਜਿਹੜਾ ਕਲਚਰ ਹੈ। ਪਰ ਕੁਝ ਮਹੀਨੇ ਆਪਾਂ ਨੂੰ ਇਹ ਕਰਨਾ ਪੈਣਾ, ਇੱਕ ਸੈਕਰੀਫਾਈਸ ਕਰਨੀ ਪੈਣੀ ਜੇ ਆਪਣੇ ਆਪ ਨੂੰ ਅਸੀਂ ਆਪਣੀ ਫੈਮਿਲੀ ਦਾ ਖਿਆਲ ਰੱਖਣਾ। ਕੁਝ ਮਹੀਨਿਆਂ ਦੀ ਗੱਲ ਹੈ, ਜਦੋਂ ਤੱਕ ਵੈਕਸੀਨ ਆ ਗਈ ਤੇ ਜਦੋਂ ਉਹ ਆ ਗਏ ਤੇ ਫਿਰ ਆਪਾਂ ਜੋ ਲਾਈਫ ਐਜ਼ ਨਾਰਮਲ ਸਮਝ ਸਕਦੇ ਹਾਂ ਉਹ ਉਦੋਂ ਉਸ ਤੋਂ ਬਾਅਦ ਸ਼ੁਰੂ ਹੋਏਗੀ। ਜੀ, ਸਾਡੀ ਗੱਲਬਾਤ ਹੋ ਰਹੀ ਹੈ ਡਾਕਟਰ ਗੁਰਜੀਤ ਬਾਜਵਾ ਹੋਰਾਂ ਦੇ ਨਾਲ, ਔਰ ਉਹ ਸਾਨੂੰ ਦੱਸ ਰਹੇ ਹੈ ਕਿ ਜਦੋਂ ਤੱਕ ਵੈਕਸੀਨ ਬਣ ਕੇ ਤਿਆਰ ਨਹੀਂ ਹੋ ਜਾਂਦਾ ਇਸ ਬਿਮਾਰੀ ਨਾਲ ਕਿਵੇਂ ਲੜਨਾ ਹੈ, ਉਹਦੇ ਬਾਰੇ ਸਾਨੂੰ ਜਾਣਕਾਰੀ ਵੀ ਹੋਣੀ ਚਾਹੀਦੀ ਹੈ। ਤੇ ਇਕੱਲੀ ਜਾਣਕਾਰੀ ਨਹੀਂ ਹੋਣੀ ਚਾਹੀਦੀ, ਸਾਨੂੰ ਉਸ 'ਤੇ ਅਮਲ ਵੀ ਕਰਨਾ ਚਾਹੀਦਾ ਹੈ। ਇੱਕ ਬ੍ਰੇਕ ਲਵਾਂਗੇ ਔਰ ਇਹਨਾਂ ਨਾਲ ਅਸੀਂ ਇਸ ਗੱਲਬਾਤ ਨੂੰ ਜਾਰੀ ਰੱਖਾਂਗੇ। ਬਹੁਤ ਜ਼ਿਆਦਾ ਚਿੰਤਾ ਜਿਹੜੀ ਮਾਪਿਆਂ ਦੇ ਵਿੱਚ ਹੈ, ਬੱਚਿਆਂ ਨੂੰ ਸਕੂਲ ਬੱਚੇ ਜਾ ਰਹੇ ਹੈ ਉਸ ਨੂੰ ਲੈ ਕੇ ਹੈ, ਔਰ ਮਾਪੇ ਜਿਹੜੇ ਆ ਉਹ ਹੁਣ ਬੱਚਿਆਂ ਨੂੰ ਆਪਟ ਕਰ ਰਹੇ ਆ ਆਨਲਾਈਨ ਪੜ੍ਹਾਈ ਵਾਸਤੇ, ਪਰ ਉਹਨੇ ਟੀਚਰ ਸਾਡੇ ਕੋਲ ਨਹੀਂ ਹੈ। ਤਾਂ ਹਰ ਜੀਵਨ ਦੇ ਸ਼ੋਬੇ ਦੇ ਵਿੱਚ, ਚਾਹੇ ਅਸੀਂ ਬਿਜ਼ਨਸ ਕਰ ਰਹੇ ਹੋਈਏ, ਚਾਹੇ ਸਕੂਲ ਬੱਚੇ ਜਾਂਦੇ ਹੋਣ, ਕੰਮਾਂ ਕਾਰਾਂ 'ਤੇ ਆਉਂਦੇ ਹੋਈਏ, ਕੋਵਿਡ-19 ਨੇ ਸਾਨੂੰ ਹਰ ਥਾਂ ਉੱਤੇ ਪ੍ਰਭਾਵਿਤ ਕੀਤਾ ਹੈ। ਇਹਦੇ ਬਾਰੇ ਮੈਡੀਕਲ ਦੇ ਐਂਗਲ ਤੋਂ ਕੀ ਕੁਝ ਸਾਨੂੰ ਜਾਣਕਾਰੀ ਮਿਲਣੀ ਚਾਹੀਦੀ ਹੈ, ਉਹਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ। ਇੱਕ ਬ੍ਰੇਕ ਲਵਾਂਗੇ ਔਰ ਇਸ ਗੱਲਬਾਤ ਨੂੰ ਫਿਰ ਸਮ ਅਪ ਕਰਾਂਗੇ। Tasty. Did you change the recipe? No, the only thing I've changed is the place where I shop. Asian Food Center. कोई मांगे मीठा, कोई कहे नमकीन, एक बात तो पक्की है कि सब है इसके शौकीन। ये है राजधानी, राजधानी, राजधानी। राजधानी स्वीट्स एंड रेस्टोरेंट के प्योर वेजिटेरियन लजीज खाने, जिसके स्वाद के सभी हैं दीवाने। फैमिली और फ्रेंड्स के साथ आकर खाइए या फिर केटरिंग करवाइए, मिठाइयाँ ऐसी कि मजा आ जाए। ये है राजधानी, राजधानी, राजधानी। 4 locations in GTA. For info visit rajdhanisweets.ca। ਨਾ ਵਕਤ ਕਦੇ ਰੁਕਦਾ ਹੈ ਤੇ ਨਾ ਹੀ ਜ਼ਿੰਦਗੀ ਦੀ ਦੌੜ 'ਚ ਅਕਸਰ ਵਕਤ ਹੱਥੋਂ ਨਿਕਲ ਜਾਂਦਾ ਹੈ। ਸੋਮਲ ਵਾਚਿਸ ਵਕਤ ਦੀਆਂ ਪਹਿਰੇਦਾਰ ਹਨ। ਇੰਟਰਨੈਸ਼ਨਲ ਬ੍ਰਾਂਡਡ ਵਾਚਿਸ, ਕਸਟਮਾਈਜ਼ਡ ਵਾਚਿਸ ਤੇ ਕਲੌਕ, ਭਾਵੇਂ ਸਿੰਗਲ ਪੀਸ ਹੋਵੇ ਜਾਂ ਫਿਰ ਬਲਕ, ਰਿਪੇਅਰ ਤੇ ਬੈਟਰੀਜ਼, ਆਪਣੇ ਵਕਤ ਨੂੰ ਪਕੜ ਕੇ ਰੱਖੋ ਸੋਮਲ ਵਾਚਿਸ ਦੇ ਨਾਲ, ਕਿਉਂਕਿ ਵਕਤ ਹੀ ਕਾਮਯਾਬੀ ਦਾ ਦੂਜਾ ਨਾਂ ਹੈ। ਸੋਮਲ ਵਾਚਿਸ, ਕਲੌਕਸ, ਪਾਰਟਸ ਐਂਡ ਟੂਲਸ ਸਪਲਾਈ ਲਿਮਿਟਿਡ, ਯੂਨਿਟ 48, 30 ਇੰਟਰਮੋਡਲ ਡਰਾਈਵ, ਬਰੈਂਪਟਨ। ਫੋਨ 9057902188। ਕੀ ਤੁਸੀਂ ਕਦੇ ਆਪਣੇ ਬੱਚਿਆਂ ਨਾਲ ਆਪਣੀ ਮੌਤ ਬਾਰੇ ਗੱਲ ਕੀਤੀ ਹੈ? ਮੈਂ ਵੀ ਨਹੀਂ ਕੀਤੀ। ਜੇ ਅਸੀਂ ਉਹਨਾਂ ਨੂੰ ਅੱਜ ਦੁਖੀ ਨਹੀਂ ਵੇਖਣਾ ਚਾਹੁੰਦੇ ਤਾਂ ਫਿਰ ਆਪਣੀ ਮੌਤ ਤੋਂ ਬਾਅਦ ਕਿਉਂ? ਇਸੇ ਲਈ ਮੈਂ ਆਪਣੇ ਅੰਤਮ ਸੰਸਕਾਰ ਦੀ ਪਲੈਨਿੰਗ ਹੁਣੇ ਕਰ ਦਿੱਤੀ ਹੈ, ਬਲਕਿ ਪੇਮੈਂਟ ਵੀ ਕਰ ਦਿੱਤੀ ਹੈ। ਲੋਟਸ ਫਿਊਨਰਲ ਹੋਮ ਪੰਜਾਬੀ ਫਿਊਨਰਲ ਡਾਇਰੈਕਟਰ ਵੱਲੋਂ ਚਲਾਇਆ ਜਾਂਦਾ ਪੰਜਾਬੀਆਂ ਦਾ ਆਪਣਾ ਫਿਊਨਰਲ ਹੋਮ, ਜਿੱਥੇ ਵਿਊਇੰਗ ਤੇ ਕ੍ਰਿਮੇਸ਼ਨ ਦੋਨੋਂ ਇੱਕੋ ਥਾਂ ਹੋ ਸਕਦੇ ਨੇ। ਮੈਂ ਆਪਣੇ ਬੱਚਿਆਂ ਨੂੰ ਆਪਣੇ ਜਾਣ ਤੋਂ ਬਾਅਦ ਵੀ ਦੁਖੀ ਨਹੀਂ ਕਰਨਾ ਚਾਹੁੰਦਾ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਸਾਡੇ ਅੱਜ ਦੇ ਮਹਿਮਾਨ ਹਨ ਡਾਕਟਰ ਗੁਰਜੀਤ ਬਾਜਵਾ, ਜਿਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਇਸ ਸੈਕੰਡ ਵੇਵ ਦੇ ਬਾਰੇ ਦੇ ਵਿੱਚ। ਡਾਕਟਰ ਸਾਹਿਬ, ਜਦੋਂ ਫਸਟ ਵੇਵ ਆਈ ਸੀ, ਇਹ ਬਿਮਾਰੀ ਨਵੀਂ ਸੀ
ਬਹੁਤ ਲੋਕਾਂ ਦੇ ਵਿੱਚ ਡਰ ਸੀ। ਤੁਸੀਂ ਵੀ ਬੜੀ ਇੱਕ ਹਾਰਟਫੈਲਟ ਅਪੀਲ ਉਸ ਵੇਲੇ ਕੀਤੀ ਸੀ, ਜਿਹੜੀ ਬੜੀ ਉਸ ਵੇਲੇ ਸ਼ੇਅਰ ਵੀ ਕੀਤੀ ਗਈ, ਚਰਚਾ ਵੀ ਹੋਈ ਉਹਦੇ ਬਾਰੇ 'ਚ। ਪਰ ਜਿਉਂ-ਜਿਉਂ ਕੋਵਿਡ-19 ਬਾਰੇ ਜਾਣਕਾਰੀ ਮਿਲ ਰਹੀ ਹੈ, ਲੋਕ ਵੀ ਕੁਛ ਮੈਂਟਲ ਤੌਰ ਦੇ ਉੱਤੇ ਜਿਹੜਾ ਹੈ ਪ੍ਰਿਪੇਅਰ ਇਸ ਬਿਮਾਰੀ ਨਾਲ ਲੜਨ ਵਾਸਤੇ ਹੁੰਦੇ ਜਾ ਰਹੇ ਹੈ। ਪਰ ਅਜੇ ਵੀ ਬਹੁਤ ਸਾਰੇ ਲੋਕ ਇਸ ਗੱਲ ਦਾ ਜਿਹੜਾ ਉਹਨਾਂ ਨੂੰ ਜਦੋਂ ਹੀ ਇਹ ਬਿਮਾਰੀ ਪਤਾ ਲੱਗਦੀ ਹੈ ਪੋਜ਼ਿਟਿਵ ਉਹ ਕੋਈ ਆ ਜਾਵੇ ਤੇ ਇੱਕ ਸਦਮਾ ਲੱਗਦਾ ਹੈ ਸਾਰੇ ਪਰਿਵਾਰ ਨੂੰ, ਉਸ ਵਿਅਕਤੀ ਨੂੰ ਤਾਂ ਲੱਗਦਾ ਹੀ ਹੈ, ਨਾਲ ਪਰਿਵਾਰ ਨੂੰ ਵੀ ਲੱਗਦਾ ਹੈ, ਆਂਢੀਆਂ ਗੁਆਂਢੀਆਂ ਨੂੰ, ਦੋਸਤਾਂ ਮਿੱਤਰਾਂ ਨੂੰ, ਜਿਨ੍ਹਾਂ ਦੇ ਵੀ ਉਹ ਸੰਪਰਕ 'ਚ ਆਉਂਦੇ ਹੈ। ਤੋ ਐਸਾ ਜਿਹੜਾ ਇੱਕ ਤਰ੍ਹਾਂ ਦਾ ਇਹ ਮੈਂ ਸਟਿਗਮਾ ਦਾ ਵਰਡ ਨਹੀਂ ਯੂਜ਼ ਕਰਾਂਗਾ, ਪਰ ਡੈਫੀਨੇਟਲੀ ਅਜੇ ਵੀ ਕੋਵਿਡ-19 ਬਾਰੇ ਬਹੁਤ ਸਾਰੇ ਭਰਮ ਭੁਲੇਖੇ ਹੈ। ਤੋ ਇਹ ਇੱਕ ਤਰ੍ਹਾਂ ਦਾ ਵਾਇਰਸ ਹੀ ਹੈ, ਨੋ ਡਾਊਟ ਇਹ ਜ਼ਿਆਦਾ ਖਤਰਨਾਕ ਵਾਇਰਸ ਹੈ। ਪਰ ਜੇ ਕੋਈ ਵਿਅਕਤੀ ਇਸ ਤੋਂ ਪੀੜਤ ਹੋ ਜਾਵੇ, ਕਿਹਨਾਂ ਗੱਲਾਂ ਦਾ ਉਸ ਨੂੰ ਇਮੀਡੀਏਟਲੀ ਖਿਆਲ ਰੱਖਣਾ ਚਾਹੀਦਾ? ਇੱਕ ਤਾਂ ਵੈਸੇ ਵਾਇਰਸ ਦੇ ਹੋਣ ਕਾਰਨ ਇਹਦੀ ਦਵਾਈ ਕੋਈ ਖਾਸ ਨਹੀਂ ਹੈਗੀ, ਖਾਸ ਕਰਕੇ ਅਰਲੀ ਸਟੇਜਸ ਦੇ ਵਿੱਚ। ਇਸ ਕਰਕੇ ਜਿਵੇਂ ਆਮ ਫਲੂ ਹੋ ਜਾਂਦਾ ਹੁੰਦਾ, ਉਸ ਤਰ੍ਹਾਂ ਇਹਦੀ ਸਿੰਪਟਮਸ ਨੂੰ ਕੰਟਰੋਲ ਕਰਨਾ, ਮਤਲਬ ਜਿਹੜੀਆਂ ਸਿਰ ਦਰਦ, ਬੁਖਾਰ ਤੇ ਸਰੀਰ ਟੁੱਟਦਾ, ਉਹਦੇ ਵਾਸਤੇ ਟਾਇਲਨੋਲ ਐਡਵਿਟ ਵਗੈਰਾ ਲੈ ਸਕਦੇ ਹਾਂ। ਤੇ ਬਾਕੀ ਮੇਨ ਚੀਜ਼ ਦਾ ਖਿਆਲ ਇਹ ਰੱਖਣਾ ਹੁੰਦਾ ਕਿ ਦੂਜਿਆਂ ਨੂੰ ਨਾ ਹੋ ਜਾਵੇ। ਸੋ ਇਸ ਕਰਕੇ ਆਈਸੋਲੇਸ਼ਨ ਇਜ਼ ਵੈਰੀ ਇੰਪੋਰਟੈਂਟ। ਪਰ ਉਸ ਤੋਂ ਬਾਅਦ ਜਿਹੜੇ ਮੋਸਟਲੀ ਲੋਕ ਠੀਕ ਹੋ ਹੀ ਜਾਂਦੇ ਆ, ਖਾਸ ਕਰਕੇ ਜਿਨ੍ਹਾਂ ਨੂੰ ਆਲਰੇਡੀ ਬਿਮਾਰੀ ਨਾ ਲੱਗੀ ਹੋਵੇ ਕੋਈ ਮੇਜਰ, ਤੇ ਨਾ ਜਾਂ ਜਿਨ੍ਹਾਂ ਦੀ ਉਮਰ ਬਹੁਤ ਹੀ ਜ਼ਿਆਦਾ ਨਾ ਹੋਵੇ, ਉਹਨਾਂ ਨੇ ਤਾਂ ਠੀਕ ਹੋ ਹੀ ਜਾਣਾ ਹੈ। ਸੋ ਇਸ ਕਰਕੇ ਸਿੰਪਟੋਮੈਟਿਕ ਕੰਟਰੋਲ ਹੀ ਹੁੰਦਾ ਜਿਹਨੂੰ ਕਹਿੰਦੇ ਆ। ਪਰ ਕਈਆਂ ਨੂੰ, ਸਮਾਲ ਪਰਸੈਂਟੇਜ ਨੂੰ, ਉਹਦੇ ਵਿੱਚੋਂ ਉਹਨਾਂ ਨੂੰ ਕੰਪਲੀਕੇਸ਼ਨਸ ਵੀ ਆ ਜਾਂਦੀਆਂ। ਉਹਨਾਂ ਨੂੰ ਇਹ ਬਿਮਾਰੀ ਵਾਇਰਸ ਲੰਗਸ ਦੇ ਵਿੱਚ ਚੱਲ ਜਾਂਦੀ ਹੈ, ਲੰਗਸ ਦੇ ਵਿੱਚ ਕੋਵਿਡ ਨਮੋਨੀਆ ਹੋ ਜਾਂਦਾ ਹੈ, ਤੇ ਉਹਦੇ ਨਾਲ ਫਿਰ ਸਾਹ ਦੀ ਕਾਫੀ ਤਕਲੀਫ ਆਉਂਦੀ ਹੈ। ਤੇ ਉਹਦੇ ਸਾਹ ਦੀ ਤਕਲੀਫ ਆਉਣ ਨਾਲ ਆਕਸੀਜਨ ਲੈਵਲਸ ਘੱਟ ਜਾਂਦੇ ਹੈ। ਤੇ ਜਿਨ੍ਹਾਂ ਨੂੰ ਕਾਫੀ ਆਲਰੇਡੀ ਬਿਮਾਰੀਆਂ ਹੁੰਦੀਆਂ, ਉਹਨਾਂ ਨੂੰ ਜਦੋਂ ਕੋਵਿਡ ਨਮੋਨੀਆ ਹੋ ਜਾਂਦਾ ਤੇ ਫਿਰ ਉਹਨਾਂ ਦੇ ਜ਼ਿਆਦਾ ਚਾਂਸਸ ਹੁੰਦੇ ਕਿ ਸੀਰੀਅਸ ਇਲਨੈਸ ਨੂੰ ਤੇ ਜਾਂ ਮੌਤ ਤੋਂ। ਸੋ ਇਸ ਕਰਕੇ ਜਦੋਂ ਇਹ ਹੋ ਜਾਂਦਾ ਹੈ ਤੇ ਉਦੋਂ ਸਾਹ ਜ਼ਿਆਦਾ ਇਹੀ ਦੇਖਣਾ ਹੁੰਦਾ ਕਿ ਸਾਹ ਦੀ ਤਕਲੀਫ, ਜਦੋਂ ਸਾਹ ਦੀ ਤਕਲੀਫ ਹੁੰਦੀ ਹੈ ਉਦੋਂ ਫਿਰ ਦਿਖਾ ਲੈਣਾ ਚਾਹੀਦਾ ਡਾਕਟਰ ਨੂੰ, ਕਿਉਂਕਿ ਉਸ ਵੇਲੇ ਚੈੱਕ ਕਰਦੇ ਐਕਸਰੇ ਦੇ ਨਾਲ ਨਮੋਨੀਆ ਹੈ ਜਾਂ ਨਹੀਂ। ਤੇ ਦੂਜਾ ਟੈਸਟ ਕਰਦੇ ਹੈ ਕਿ ਆਕਸੀਜਨ ਲੈਵਲ ਤੁਹਾਡੇ ਬਲੱਡ ਦੇ ਵਿੱਚ ਕਿੰਨਾ ਹੈ। ਜੇ ਤਾਂ ਆਕਸੀਜਨ ਸਹੀ ਅਮਾਊਂਟ ਹੈ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ, ਫਿਰ ਉਹ ਤੁਹਾਨੂੰ ਘਰ ਭੇਜ ਦਿੰਦੇ ਆ, ਤੇ ਕਿਉਂਕਿ ਉਹਨਾਂ ਨੂੰ ਪਤਾ ਸੀ ਆਪਣੇ ਆਪ ਠੀਕ ਹੋ ਜਾਂਦੇ। ਤੇ ਜੇ ਆਕਸੀਜਨ ਲੈਵਲ ਲੋ ਹੈ ਫਿਰ ਤੁਹਾਨੂੰ ਆਕਸੀਜਨ ਦੇਣ ਵਾਸਤੇ ਤੁਹਾਨੂੰ ਦਾਖਲ ਕਰਨਾ ਪੈਂਦਾ ਹੈ। ਤੇ ਜੇ ਬਹੁਤਾ ਹੀ ਲੋ ਹੋਵੇ ਫਿਰ ਤੁਹਾਨੂੰ ICU ਦੇ ਵਿੱਚ ਦਾਖਲ ਕਰਨਾ ਪੈਂਦਾ, ਤੇ ਟਿਊਬ ਵਗੈਰਾ ਪਾਉਣੀ ਪੈਂਦੀ, ਵੈਂਟੀਲੇਟਰ ਜਿਹਨੂੰ ਕਹਿੰਦੇ ਆ, ਤੇ ਉਹ ਕਰਨੇ ਪੈਂਦੇ ਆ। ਸੋ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚਾਅ ਰੱਖਣ ਵਾਸਤੇ ਲੋਕਾਂ ਦੇ ਵਿੱਚ ਕਾਫੀ ਡਰ ਪਿਆ ਹੋਇਆ, ਕਿਉਂਕਿ ਇਹ ਤੁਹਾਡੇ ਕਹਿਣ ਵਾਂਗੂ ਇਹ ਕਾਫੀ ਸੀਰੀਅਸ ਬਿਮਾਰੀ ਹੈ, ਆਮ ਫਲੂ ਨਾਲੋਂ ਜ਼ਿਆਦਾ ਡੈਡਲੀ ਹੈ। ਬਹੁਤ ਜ਼ਿਆਦਾ ਵੀ ਨਹੀਂ ਕਹਿ ਸਕਦੇ, ਕਿਉਂਕਿ ਸੋ ਫਾਰ ਇਹਦੀ ਓਵਰਆਲ ਮੌਤ ਦਾ ਰੇਟ ਲੈਸ ਦੈਨ 1% ਹੈ, ਪਰ ਫਿਰ ਵੀ ਲੋਕਾਂ ਨੂੰ ਇਸ ਚੀਜ਼ ਦਾ ਕਾਫੀ ਡਰ ਪਿਆ, ਤੇ ਤਾਂ ਕਰਕੇ ਇਸ ਚੀਜ਼ ਤੋਂ ਬਚਾਅ ਰੱਖਣ ਵਾਸਤੇ ਇਹ ਚੀਜ਼ਾਂ ਕਰ ਰਹੇ ਜੋ ਅੱਜ ਤੱਕ ਲੋਕਾਂ ਨੇ ਘੱਟ ਖਿਆਲ ਕੀਤਾ ਜੀ। ਮੇਰਾ ਲਾਸਟ ਸਵਾਲ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਹੈ ਕਿ ਜਦੋਂ ਇਹ ਕੋਵਿਡ-19 ਦੀ ਸ਼ੁਰੂਆਤ ਹੋਈ, ਸਾਡੇ ਕੋਲ ਪ੍ਰੋਟੈਕਟਿਵ ਗੇਅਰਸ ਨਹੀਂ ਸਨ। ਤੁਹਾਡਾ ਜਿਹੜਾ ਆਪਣਾ ਹੀ ਮੈਡੀਕਲ ਸਟਾਫ ਹੈ, ਉਹਨਾਂ ਵੱਲੋਂ ਬੜੀਆਂ ਸ਼ਿਕਾਇਤਾਂ ਆਈਆਂ ਕਿ ਸਾਡੇ ਕੋਲ ਪ੍ਰੋਟੈਕਟਿਵ ਗੇਅਰਸ ਚਾਹੀਦੇ ਸੀ, ਜਿਹੜੇ ਉਹ ਅਵੇਲੇਬਲ ਨਹੀਂ ਹਨ। ਇਹਦੇ ਨਾਲ ਅਸੀਂ ਦੇਖਿਆ ਸਾਡੇ ਕੋਲ ਬੈੱਡਸ ਦੀ ਵੀ ਕਮੀ ਸੀ, ਵੈਂਟੀਲੇਟਰਸ ਦੀ ਵੀ ਕਮੀ ਸੀ, ਮਾਸਕ ਦੀ ਕਮੀ ਸੀ, ਪਰ ਬਹੁਤ ਸਾਰਾ ਕੁਝ ਅਰੇਂਜ ਅਸੀਂ ਕਰ ਲਿਆ ਹੈ। ਹੁਣ ਅਸੀਂ ਕਿੱਥੇ ਖੜ੍ਹੇ ਹਾਂ ਇਸ ਵੇਲੇ? ਕਿੰਨੀ ਕੁ ਤਿਆਰ ਹੈ ਸਾਡੀ ਸਰਕਾਰ, ਜਿਹੜਾ ਸਾਡਾ ਮੈਡੀਕਲ ਡਿਪਾਰਟਮੈਂਟ ਹੈ ਸਾਰਾ ਇਸ ਪ੍ਰੋਵਿੰਸ ਦਾ, ਕਿੰਨਾ ਕੁ ਤੁਸੀਂ ਸੈਟਿਸਫਾਈਡ ਹੋ? ਅਸੀਂ ਕਿੰਨਾ ਕੁ ਸਿੱਖ ਲਿਆ ਹੈ ਇਸ ਕੋਵਿਡ-19 ਤੋਂ? ਜੇ ਤੁਸੀਂ ਦੇਖੋ ਫਰਮ ਦਾ ਪੁਆਇੰਟ ਆਫ ਵਿਊ ਆਫ ਪ੍ਰੋਟੈਕਟਿਵ ਇਕੁਇਪਮੈਂਟ, ਮਾਸਕਸ ਤੇ ਸ਼ੀਲਡਸ ਤੇ ਗਾਊਨਸ ਵਗੈਰਾ, ਉਹਦਾ ਜਿੰਨਾ ਪੀਕ ਤੇ ਸਾਨੂੰ ਖਤਰਾ ਸੀਗਾ ਉਹ ਘਟ ਗਿਆ ਹੋਇਆ, ਕਿਉਂਕਿ ਉਹਦੀ ਸਪਲਾਈ ਹੁਣ ਹੌਲੀ ਹੌਲੀ ਆ ਰਹੀ ਹੈ। ਕੁਛ ਹੱਦ ਤੱਕ ਇਸ ਵੇਲੇ ਤਾਂ ਠੀਕ ਹੈ, ਪਰ ਜਦੋਂ ਲੋੜ ਵੱਧ ਪਏਗੀ ਤੇ ਉਮੀਦ ਹੈ ਕਿ ਉਦੋਂ ਤਿਆਰ ਹੋਏਗਾ। ਪਰ ਜ਼ਿਆਦਾ ਪ੍ਰੋਬਲਮ ਉਹਦੀ ਚੀਜ਼ ਨਹੀਂ ਹੈਗੀ, ਜ਼ਿਆਦਾ ਹੈਗੀ ਹੈ ਕਿ ਕੈਪੈਸਿਟੀ, ਬੈਡਸ ਇਨਫ ਹੈਗੇ ਹੈ ਜਾਂ ਨਹੀਂ ਹੈਗੇ, ਤੇ ICU ਦੇ ਵਿੱਚ ਇਨਫ ਵੈਂਟੀਲੇਟਰਸ ਹੈਗੇ ਜਾਂ ਨਹੀਂ ਹੈਗੇ। ਇੱਕ ਇਹ ਪ੍ਰੋਬਲਮ ਆ ਸਕਦੀ ਹੈ, ਤੇ ਦੂਜੀ ਪ੍ਰੋਬਲਮ ਜਿਹੜੀ ਆ ਸਕਦੀ ਹੈਗੀ ਹੈ ਕਿ ਉਹ ਸਟਾਫਿੰਗ,
ਜੇ ਹੈਲਥ ਕੇਅਰ ਵਰਕਰਸ ਕਾਫੀ ਹੱਦ ਤੱਕ ਵੱਡੇ ਨੰਬਰਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬਿਮਾਰ ਹੋਣ ਲੱਗ ਪਏ ਤੇ ਇਹ ਵੀ ਵੱਡੀ ਪ੍ਰੋਬਲਮ ਆਉਣੀ ਹੈ, ਕਿਉਂਕਿ ਪੇਸ਼ੈਂਟਸ ਨੂੰ ਸਾਂਭੇਗਾ ਕੌਣ। ਸੋ ਇਹ ਦੋ ਚੀਜ਼ਾਂ ਦੀ ਪ੍ਰੋਬਲਮ ਆ ਸਕਦੀ ਹੈ। ਇਟ ਆਲ ਡਿਪੈਂਡਸ ਔਨ ਦ ਨੰਬਰ ਆਫ ਕੇਸਿਸ। ਜੇ ਲੋਕ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸੀਰੀਅਸ ਲੈਣ ਤੇ ਆਪਣੇ ਸੋਸ਼ਲ ਡਿਸਟੈਂਸਿੰਗ ਕਰਨ, ਨਾ ਇੱਕ ਦੂਜੇ ਨੂੰ ਮਿਲਣ ਵਰਤਨ ਕੁਝ ਮਹੀਨਿਆਂ ਵਾਸਤੇ, ਤੇ ਫਿਰ ਇਹ ਸੈਕੰਡ ਵੇਵ ਜਿਹੜਾ ਸੰਭਾਲਿਆ ਜਾਏਗਾ। ਪਰ ਜੇ ਬਹੁਤ ਜ਼ਿਆਦਾ ਹੋ ਗਿਆ ਤੇ ਫਿਰ ਸੰਭਾਲਣਾ ਮੁਸ਼ਕਲ ਹੋ ਜਾਣਾ। ਤੇ ਇਸ ਕਰਕੇ ਅਪੀਲ ਸਾਰਿਆਂ ਨੂੰ ਵੱਡੀ ਇਸ ਇਹੀ ਚੀਜ਼ ਦੀ ਹੈ ਕਿ ਇਸ ਚੀਜ਼ ਦਾ ਖਿਆਲ ਰੱਖੋ ਕਿ ਇਹ ਸੀਰੀਅਸ ਬਿਮਾਰੀ ਹੈ ਤੇ ਉਸ ਆਪਣੇ ਸਿਸਟਮ ਨੂੰ ਦਬਾ ਨਾ ਲਈਏ ਜ਼ਿਆਦਾ ਕੇਸਿਸ ਨਾਲ। ਡਾਕਟਰ ਸਾਹਿਬ, ਜਿਸ ਵੇਲੇ ਕੋਵਿਡ-19 ਦੀ ਸ਼ੁਰੂਆਤ ਹੋਈ ਸੀ, ਬੜਾ ਹੀ ਭਿਆਨਕ, ਬੜਾ ਹੀ ਡਰਾਵਨਾ, ਸਕੇਰੀ ਉਹ ਸਮਾਂ ਸੀ, ਪਰ ਉਸ ਵੇਲੇ ਵੀ ਤੁਸੀਂ ਲੋਕਾਂ ਨੇ ਆਪਣੇ ਫਰਜ਼ ਤੋਂ ਕੋਈ ਕੋਤਾਹੀ ਨਹੀਂ ਕੀਤੀ, ਬਲਕਿ ਸਾਨੂੰ ਫਖਰ ਹੈ ਇਸ ਗੱਲ ਦਾ ਕਿ ਸਾਡੀ ਕਮਿਊਨਿਟੀ ਦੇ ਵਿੱਚੋਂ ਤੁਸੀਂ ਹੋ, ਤੁਹਾਡੇ ਵਰਗੇ ਹੋਰ ਉਹ ਸਾਰੇ ਡਾਕਟਰਸ, ਨਰਸਿਸ, ਉਹ ਸਾਰਾ ਜਿਹੜਾ ਸਪੋਰਟਿੰਗ ਸਟਾਫ, ਇਹਨਾਂ ਨੇ ਡਟ ਕੇ ਆਪਣੀ ਜ਼ਿੰਮੇਵਾਰੀ ਨਿਭਾਈ। ਅਸੀਂ ਇਸ ਬਿਮਾਰੀ ਨਾਲ ਕਾਫੀ ਹੱਦ ਤੱਕ ਲੜ ਪਾਏ ਔਰ ਅਸੀਂ ਬਹੁਤ ਸਾਰੇ ਮੈਡੀਕਲ ਸਟਾਫ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਗਵਾਇਆ ਹੈ। ਉਹ ਜਾਨਾਂ ਵੀ ਨਾਲ ਨਾਲ ਗਈਆਂ। ਜਿੱਥੇ ਲੋਕਾਂ ਦੀਆਂ ਜਾਨਾਂ ਗਈਆਂ, ਉੱਥੇ ਇਲਾਜ ਕਰਨ ਵਾਲੇ ਡਾਕਟਰ, ਨਰਸਿਸ ਜਾਂ ਫਿਰ ਉਹਨਾਂ ਦੇ ਬਾਕੀ ਜਿਹੜੇ ਅਲਾਈਡ ਸਟਾਫ ਹੈ, ਉਹਨਾਂ ਨੇ ਵੀ ਆਪਣੀਆਂ ਜਾਨਾਂ ਦੀ ਆਹੂਤੀ ਦਿੱਤੀ ਹੈ, ਮੈਂ ਤੇ ਕਹਾਂਗਾ। ਪਰ ਜੋ ਕੁਝ ਵੀ ਅਸੀਂ ਸਿੱਖ ਪਾਏ ਹਾਂ, ਆਸ ਕਰਦੇ ਹਾਂ ਕਿ ਸਾਡੀ ਸਰਕਾਰ ਨੇ ਸਿੱਖਿਆ ਹੈ। ਜਿਹਨਾਂ ਦੀ ਗੱਲਾਂ ਦੀ ਡਾਕਟਰ ਸਾਹਿਬ ਜ਼ਿਕਰ ਕਰ ਰਹੇ ਹੈ, ਸਾਨੂੰ ਅਸਲ ਦੇ ਵਿੱਚ, ਅਸਲ ਮਾਇਨੇ 'ਚ ਲੋੜ ਤੇ ਇਹਨਾਂ ਚੀਜ਼ਾਂ ਦੀ ਹੈ। ਅੱਜ ਇਹ ਕੋਵਿਡ-19 ਆਇਆ, ਕਹਿ ਨਹੀਂ ਸਕਦੇ ਕੱਲ੍ਹ ਕੋਈ ਨਵਾਂ ਵਾਇਰਸ ਆਵੇ, ਫਿਰ ਉਸ ਤੋਂ ਬਾਅਦ ਕੋਈ ਹੋਰ ਵਾਇਰਸ ਆਵੇ। ਪਰ ਜੇ ਸਾਡਾ ਮੈਡੀਕਲ ਸਿਸਟਮ ਸਟਰੋਂਗ ਹੈ ਤੇ ਅਸੀਂ ਕਿਸੇ ਵੀ ਬਿਮਾਰੀ ਨਾਲ, ਖਤਰਨਾਕ ਤੋਂ ਖਤਰਨਾਕ ਬਿਮਾਰੀ ਨਾਲ ਵੀ ਲੜ ਸਕਦੇ ਹਾਂ। ਇਹ ਗੱਲ ਸਾਬਤ ਹੋਈ ਹੈ। ਤੋ ਜਦ ਤੱਕ ਕੋਵਿਡ-19 ਦਾ ਵੈਕਸੀਨ ਆ ਨਾ ਜਾਵੇ, ਮੇਰਾ ਖਿਆਲ ਹੈ ਸਾਨੂੰ ਸਾਰਿਆਂ ਨੂੰ, ਜਿਸ ਤਰ੍ਹਾਂ ਅਸੀਂ ਸੰਭਲ ਕੇ ਚੱਲ ਰਹੇ ਹਾਂ, ਅਵੇਅਰ ਹੋ ਕੇ ਚੱਲ ਰਹੇ ਹਾਂ, ਹੋਰ ਵੀ ਜ਼ਿਆਦਾ ਚੇਤੰਨ ਹੋਣ ਦੀ ਲੋੜ ਹੈ। ਡਾਕਟਰ ਸਾਹਿਬ, ਉਮੀਦ ਕਰਦੇ ਹਾਂ ਕਿ ਅਗਲੇ 4, 5 ਜਾਂ 6 ਮਹੀਨਿਆਂ ਤੱਕ ਇਹ ਵੈਕਸੀਨ ਆ ਜਾਵੇਗਾ ਔਰ ਕੈਨੇਡਾ ਕੋਲ ਇਨਫ ਸਪਲਾਈ ਹੈ, ਕਿਉਂਕਿ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਸਾਡੀ ਪ੍ਰੈਸ ਕਾਨਫਰੰਸ ਹੁੰਦੀ ਰਹਿੰਦੀ ਹੈ। ਸਾਡੇ ਅਨੀਤਾ ਆਨੰਦ ਮਿਨਿਸਟਰ ਪ੍ਰੋਕਿਉਰਮੈਂਟ ਸਾਨੂੰ ਦੱਸਦੇ ਰਹਿੰਦੇ ਹੈ ਕਿ ਇਨਫ ਨੰਬਰਾਂ ਦੇ ਵਿੱਚ ਕਮ ਸੇ ਕਮ ਕੋਈ 75-80 ਮਿਲੀਅਨ ਡੋਜ਼ਿਸ ਅਸੀਂ ਆਲਰੇਡੀ ਸਿਕਿਉਰ ਕਰ ਚੁੱਕੇ ਹਾਂ। ਹਾਂਜੀ ਸਨੀ ਸਾਹਿਬ, ਬਿਲਕੁਲ ਸਹੀ ਗੱਲ ਹੈ। ਤੇ ਸਾਰੇ ਕੈਨੇਡਾ ਦੀ ਪੋਪੂਲੇਸ਼ਨ ਵਾਸਤੇ ਨਾ ਇੱਕ ਵੀ ਨਹੀਂ, 2 ਵੈਕਸੀਨ ਦੇ ਡੋਸੇਸ ਇਹਨਾਂ ਨੇ ਸਿਕਿਉਰ ਕਰ ਲਏ ਹੋਏ ਆ ਤੇ ਉਹਨਾਂ ਦੇ ਨਾਲ ਕੰਟਰੈਕਟ ਸਾਈਨ ਕਰ ਲਿਆ ਹੋਇਆ ਜਿਹੜੀ ਕੰਪਨੀਜ਼ ਬਣਾਉਂਦੇ ਆ ਵੈਕਸੀਨਸ ਨੂੰ। ਤੇ ਇਹ ਵੀ ਨਹੀਂ ਹੈਗਾ ਕਿ ਸਿਰਫ ਇੱਕ ਕੰਪਨੀ ਦੀ ਉਮੀਦ ਤੇ ਆਪਾਂ ਬੈਠੇ ਹੋਏ ਆ। ਇਹਨਾਂ ਨੇ 3-4 ਦੇ ਨਾਲ ਕੰਟਰੈਕਟ ਸਾਈਨ ਕਰ ਲਿਆ ਹੋਇਆ। ਜੇ ਇੱਕ ਦਾ ਵੈਕਸੀਨ ਨਾ ਚੱਲੇਗਾ, ਦੂਸਰੇ ਦਾ ਨਾ ਚੱਲੇਗਾ, ਐਟਲੀਸਟ 2 ਆਪਸ਼ਨਸ ਹੋਰ ਵੀ ਤਾਂ ਹੋਣਗੇ ਜਿਨ੍ਹਾਂ ਦੇ ਵੈਕਸੀਨ ਜੇ ਇਫੈਕਟਿਵ ਹੋਣ ਤੇ ਅਸੀਂ ਉਹਨਾਂ ਤੋਂ ਲੈ ਸਕੀਏ। ਤਾਂ ਇਸ ਕਰਕੇ ਬਹੁਤ ਅੱਛਾ ਉਪਰਾਲਾ ਇਹਨਾਂ ਨੇ ਕੀਤਾ ਹੋਇਆ ਤੇ ਆਲਰੇਡੀ ਸਾਈਨ ਕਰ ਲਏ ਹੋਏ ਕੰਟਰੈਕਟਸ ਸਾਰੀ ਕੈਨੇਡੀਅਨ ਪੋਪੂਲੇਸ਼ਨ ਨੂੰ ਬਚਾ ਰੱਖਣ ਵਾਸਤੇ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਤੁਸੀਂ ਕੰਮ ਤੇ ਵਿਅਸਤ ਹੁੰਦੇ ਹੀ ਹੋ ਹਮੇਸ਼ਾ ਹੀ। ਅੱਜ ਤੁਹਾਡੇ ਕੋਲ ਪਰਿਵਾਰ ਦਾ ਕੋਈ ਸਮਾਂ ਸੀ, ਉਸ ਸਮੇਂ 'ਚੋਂ ਅਸੀਂ ਤੁਹਾਡਾ ਥੋੜ੍ਹਾ ਜਿਹਾ ਸਮਾਂ ਲਿਆ ਹੈ ਔਰ ਪਰ ਮੈਨੂੰ ਤੁਹਾਡੇ 'ਤੇ ਮਾਣ ਹੈ ਹਮੇਸ਼ਾ ਹੀ। ਤੁਸੀਂ ਆਲਵੇਜ਼ ਅਵੇਲੇਬਲ ਹੋ, ਕਮਿਊਨਿਟੀ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਹਰ ਵੇਲੇ, ਔਰ ਤੁਹਾਡੀ ਵੀ ਅਸੀਂ ਚੰਗੀ ਸਿਹਤ ਦੇ ਲਈ ਆਲਵੇਜ਼ ਤੁਹਾਡੇ ਲਈ ਬੈਸਟ ਵਿਸ਼ੇਸ ਜਿਹੜੀਆਂ ਉਹ ਆਪਣੀਆਂ ਪੇਸ਼ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਸਰ। ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਇਹ ਸਨ ਡਾਕਟਰ ਗੁਰਜੀਤ ਬਾਜਵਾ, ਸਾਡੇ ਨਾਲ ਜੁੜੇ ਹੋਏ ਸਨ ਔਰ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਵਧੀਆ ਤੋਂ ਵਧੀਆ ਖਬਰਾਂ ਦੇ ਸਕੀਏ, ਵਧੀਆ ਤੋਂ ਵਧੀਆ ਮਹਿਮਾਨਾਂ ਨਾਲ ਮਿਲਾ ਸਕੀਏ, ਅੱਛੀ ਤੋਂ ਅੱਛੀ ਜਾਣਕਾਰੀ ਦੇ ਸਕੀਏ। ਅਸੀਂ ਇਸ ਪ੍ਰੋਗਰਾਮ ਵਿੱਚ ਕਾਫੀ ਸਾਰੀ ਇੰਪਰੂਵਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬੜੀ ਜਲਦੀ ਵੀਡੀਓ ਕਾਨਫਰੰਸਿੰਗ ਰਾਹੀਂ ਸਾਡੇ ਮਹਿਮਾਨ ਦੇਸ਼ ਵਿਦੇਸ਼ ਤੋਂ ਜੁੜਿਆ ਕਰਨਗੇ। ਉਸ ਤੋਂ ਬਾਅਦ ਅਗਲਾ ਪੜਾਅ ਹੋਏਗਾ ਜਦੋਂ ਅਸੀਂ ਤੁਹਾਨੂੰ ਵੀ ਤੁਹਾਡੀਆਂ ਕੁਝ ਕਾਲ ਲੈਣੀਆਂ ਸ਼ੁਰੂ ਕਰ ਦੇਵਾਂਗੇ। ਇਸ ਪ੍ਰੋਗਰਾਮ ਦੇ ਵਿੱਚ ਲਾਈਵ ਮਹਿਮਾਨਾਂ ਨਾਲ ਮਿਲਾਇਆ ਕਰਾਂਗੇ ਤੁਹਾਨੂੰ। ਉਸ ਤੋਂ ਵੀ ਇਲਾਵਾ ਫਿਰ ਤੁਹਾਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸਾਡੇ ਕਾਲਰਸ ਨੂੰ ਅਸੀਂ ਇਸ ਪ੍ਰੋਗਰਾਮ ਦੇ ਨਾਲ ਸ਼ਾਮਲ ਕਰਿਆ ਕਰਾਂਗੇ। ਟੈਕਨੋਲੋਜੀ ਦਾ ਯੁੱਗ ਹੈ ਔਰ ਅਸੀਂ ਇਸ ਟੈਕਨੋਲੋਜੀ ਦੇ ਨਾਲ ਹੀ ਜੁੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਡੇ ਸਹਿਯੋਗ ਦੇ ਨਾਲ। ਇੱਕ ਵਾਰੀ ਫੇਰ ਤੁਹਾਨੂੰ ਦੱਸ ਦਈਏ ਜੀ ਕਿ ਸਾਡਾ ਐਪ ਹੈ ਪ੍ਰਵਾਸੀ ਮੀਡੀਆ। ਬੜੀ ਵੱਡੀ ਗਿਣਤੀ ਵਿੱਚ ਤੁਸੀਂ ਇਸ ਨੂੰ ਡਾਊਨਲੋਡ ਕਰ ਰਹੇ ਹੋ, ਯੂਜ਼ ਕਰ ਰਹੇ ਹੋ। ਇਹਦੇ ਲਈ ਮੈਂ ਤੁਹਾਡਾ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਤੇ ਜਾਣ ਤੋਂ ਪਹਿਲਾਂ ਫਿਰ ਇੱਕ ਵਾਰੀ ਇਹ ਅਪੀਲ ਕਰਨਾ ਚਾਹਾਂਗਾ ਕਿ ਪ੍ਰਵਾਸੀ ਮੀਡੀਆ ਗਰੁੱਪ ਹੁਣ ਤੁਹਾਡੇ ਵਾਸਤੇ ਨਾ ਸਿਰਫ 2 ਅਖਬਾਰਾਂ ਪੇਸ਼ ਕਰ ਰਿਹਾ ਹੈ ਇੰਗਲਿਸ਼ ਦੀ
ਔਰ ਪੰਜਾਬੀ ਦੀ। ਨਾ ਸਿਰਫ ਡਾਇਰੈਕਟਰੀ ਪੇਸ਼ ਕਰ ਰਿਹਾ ਹੈ, ਉਸ ਦਾ ਐਪ ਜਿਸ ਨੂੰ 50,000 ਤੋਂ ਜ਼ਿਆਦਾ ਲੋਕਾਂ ਨੇ ਡਾਊਨਲੋਡ ਕਰ ਰੱਖਿਆ ਹੈ। ਨਾ ਸਿਰਫ ਰੇਡੀਓ ਪ੍ਰੋਗਰਾਮ ਅਸੀਂ ਤੁਹਾਡੇ ਲਈ 2 ਪੇਸ਼ ਕਰ ਰਹੇ ਹਾਂ, ਬਲਕਿ ਹੁਣ ਤੀਸਰਾ ਪ੍ਰੋਗਰਾਮ ਵੀ ਸ਼ੁਰੂ ਕਰ ਦਿੱਤਾ ਹੈ ਸੰਡੇ ਨੂੰ 11 ਵਜੇ ਤੋਂ ਲੈ ਕੇ 12 ਵਜੇ ਸਵੇਰੇ। ਉਸ ਦੇ ਨਾਲ ਨਾਲ 24 ਆਵਰ ਸਾਡਾ ਇਹ ਟੀਵੀ ਚੈਨਲ ਤੁਹਾਡੀ ਸੇਵਾ 'ਚ ਹਾਜ਼ਰ ਹੈ। ਬਹੁਤ ਵੱਡੇ ਪੱਧਰ 'ਤੇ ਅਸੀਂ ਟੀਮ ਬਣਾਈ ਹੈ। ਦੇਸ਼ ਭਰ ਤੋਂ ਵਿਦੇਸ਼ ਤੋਂ ਕੋਰਸਪੋਂਡੈਂਟ ਸਾਡੇ ਨਾਲ ਜੁੜ ਰਹੇ ਹੈ। ਨਨਕਾਣਾ ਸਾਹਿਬ ਤੋਂ, ਕਰਤਾਰਪੁਰ ਸਾਹਿਬ ਤੋਂ ਕੀਰਤਨ, ਪੰਜਾ ਸਾਹਿਬ ਤੋਂ ਕੀਰਤਨ ਸ਼ੁਰੂ ਕਰਨ ਲੱਗੇ ਹਾਂ ਅਸੀਂ ਅਗਲੇ ਕੁਝ ਦਿਨਾਂ ਦੇ ਵਿੱਚ। ਔਰ ਇਸ ਵਾਰ ਦਾ ਜਿਹੜਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ਹੋਏਗਾ ਉਸ ਦਾ ਲਾਈਵ ਟੈਲੀਕਾਸਟ ਅਸੀਂ ਉੱਥੋਂ ਕਰਾਂਗੇ। ਇਹ ਸਭ ਕੁਝ ਤੁਹਾਡੇ ਸਭ ਦੇ ਸਹਿਯੋਗ ਸਦਕਾ ਹੀ ਸੰਭਵ ਹੋ ਰਿਹਾ ਹੈ। ਔਰ ਥੈਂਕ ਯੂ ਸੋ ਮਚ ਵਨਸ ਅਗੇਨ। ਇਸ ਵੀਕਐਂਡ 'ਤੇ ਵੀ ਤੁਸੀਂ ਸਾਡੇ ਨਾਲ ਜੁੜੇ ਹੋ ਔਰ ਤੁਹਾਡੇ ਨਾਲ ਮੁਲਾਕਾਤ ਅਸੀਂ ਹੁਣ ਕੱਲ੍ਹ ਨੂੰ ਕਰਨੀ ਹੈ 10 ਵਜੇ 1320 AM ਦੇ ਉੱਤੇ ਪ੍ਰਵਾਸੀ ਰੇਡੀਓ 'ਤੇ। 1350 AM ਦੇ ਉੱਤੇ ਅਸੀਂ 1 ਵਜੇ ਮੀਨਾਕਸ਼ੀ ਹੋਰੀ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਆ। ਪ੍ਰਵਾਸੀ ਪਲੱਸ ਹੋਮ ਹੈਲਥ ਐਂਡ ਹੈਪੀਨੈਸ। ਇਸੇ ਤਰ੍ਹਾਂ ਹੀ ਫਿਰ ਐਤਵਾਰ ਨੂੰ 11 ਤੋਂ 12 ਅਸੀਂ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਲਾਈਵ ਔਨ ਲੋਕੇਸ਼ਨ ਵਾਸਤੇ। ਇਹਨਾਂ ਤਿਉਹਾਰਾਂ ਦੇ ਮੌਕੇ ਦੇ ਉੱਤੇ ਤੁਹਾਡਾ ਕੋਈ ਗਰੋਸਰੀ ਸਟੋਰ ਹੈ, ਤੁਹਾਡਾ ਕੋਈ ਰੈਸਟੋਰੈਂਟ ਹੈ, ਤੁਹਾਡਾ ਕੋਈ ਮਿਠਾਈਆਂ ਦਾ ਸਟੋਰ ਹੋਵੇ, ਤੁਹਾਡਾ ਕੋਈ ਫਰਨੀਚਰ ਦਾ ਸਟੋਰ ਹੈ, ਕੋਈ ਸੈੱਲ ਫੋਨ ਦਾ ਤੁਹਾਡਾ ਬਿਜ਼ਨਸ ਹੈ, ਅਸੀਂ ਉੱਥੇ ਪਹੁੰਚ ਕੇ ਸਾਡੀ ਟੀਮ ਲਾਈਵ ਔਨ ਲੋਕੇਸ਼ਨ ਟੀਵੀ ਔਰ ਰੇਡੀਓ ਦੇ ਉੱਤੇ ਤੁਹਾਡੇ ਉਸ ਬਿਜ਼ਨਸ ਨੂੰ ਪ੍ਰਮੋਟ ਕਰਨਗੇ। ਤਾਂ ਉਹਦੇ ਲਈ ਸਾਨੂੰ ਤੁਸੀਂ ਕਾਲ ਕਰ ਦੇਣਾ ਨਾ 9056730600। ਥੈਂਕ ਯੂ ਸੋ ਮਚ ਐਂਡ ਯੂ ਹੈਵ ਅ ਗੁੱਡ ਨਾਈਟ।